ਝਲਕ ਮਾਤਰ ਸਾਂਝ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਪਾਵਾਂ। ਵੇਖੋ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਹੈ। ਸੰਸਾਰ ਦੇ ਵਿੱਚ ਜਦੋਂ ਕੋਈ ਨਵਾਂ ਜੀਵ ਆਉਂਦਾ ਹੈ, ਆਪਾਂ ਅਕਸਰ ਸ਼ਬਦ ਵਰਤਦੇ ਹਾਂ ਕਿ ਨਵੇਂ ਜੀਵ ਦਾ ਜਨਮ ਹੋਇਆ, ਪਰ ਜਦੋਂ ਪਾਤਸ਼ਾਹਾਂ ਦੀ ਆਮਦ ਹੁੰਦੀ ਹੈ, ਪਾਤਸ਼ਾਹਾਂ ਵਾਸਤੇ ਜਨਮ ਸ਼ਬਦ ਨਹੀਂ ਵਰਤਿਆ ਜਾਂਦਾ, ਪ੍ਰਕਾਸ਼ ਜਾਂ ਪ੍ਰਕਾਸ਼ ਗੁਰਪੁਰਬ ਸ਼ਬਦ ਵਰਤਿਆ ਜਾਂਦਾ ਹੈ। ਇਹਦੇ ਪਿੱਛੇ ਵੀ ਕਾਰਨ ਬੜਾ ਵੱਡਾ ਹੈ, ਸਿੱਖਿਆ ਬੜੀ ਵੱਡੀ ਹੈ। ਪ੍ਰਕਾਸ਼ ਸ਼ਬਦ ਪਾਤਸ਼ਾਹ ਵਾਸਤੇ ਇਸ ਲਈ ਵਰਤਿਆ ਜਾਂਦਾ ਹੈ ਕਿ ਜਦੋਂ ਸਤਿਗੁਰੂ ਦੀ ਆਮਦ ਦੁਨੀਆ ਦੇ ਤਖਤੇ ਤੇ ਹੁੰਦੀ ਹੈ, ਸਤਿਗੁਰੂ ਦੀ ਆਮਦ ਤੋਂ ਬਾਅਦ ਉਹ ਪ੍ਰਕਾਸ਼ ਹੁੰਦਾ ਹੈ, ਐਸਾ ਮਹਾਨ ਪ੍ਰਕਾਸ਼ ਹੁੰਦਾ ਹੈ ਜਿਸ ਪ੍ਰਕਾਸ਼ ਸਦਕਾ ਸਾਡੀ ਜੀਵ ਆਤਮਾ ਦਾ ਪਰਮ ਆਤਮਾ ਤੋਂ ਪਿਆ ਹੋਇਆ ਵਿਛੋੜਾ ਵੀ ਦੂਰ ਹੋ ਜਾਂਦਾ ਹੈ। ਸਾਡੇ ਹਿਰਦੇ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਸਤਿਗੁਰੂ ਦਾ ਪ੍ਰਕਾਸ਼ ਐਸਾ ਮਹਾਨ ਪ੍ਰਕਾਸ਼ ਹੈ। ਗੁਰੂ ਕੀ ਬਾਣੀ ਦਾ ਫਰਮਾਨ ਹੈ ਕਿ ਸਤਿਗੁਰੂ ਦੇ ਪ੍ਰਕਾਸ਼ ਦੇ ਸਾਹਮਣੇ 100 ਚੰਦਰਮਾ ਤੇ ਹਜ਼ਾਰਾਂ ਸੂਰਜਾਂ ਦਾ ਵੀ ਪ੍ਰਕਾਸ਼ ਫਿੱਕਾ ਪੈ ਜਾਂਦਾ ਹੈ। ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੋਦਿਆਂ ਗੁਰਬਿਨ ਘੋਰ ਅੰਧਾਰ। ਸੋ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਵਿਸਾਖ ਸੁਦੀ 14 ਸੰਮਤ 1536 ਨੂੰ ਬਾਸਰ ਕੇ ਨਗਰ ਬਾਬਾ ਤੇਜਭਾਨ ਜੀ ਦੇ ਘਰ ਮਾਤਾ ਸੁਲੱਖਣੀ ਜੀ ਦੇ ਕੁੱਖੋਂ ਉਹਨਾਂ ਦੀ ਆਮਦ ਹੋਈ, ਸੰਸਾਰ ਦੇ ਤਖਤੇ ਦੇ ਉੱਤੇ ਪ੍ਰਕਾਸ਼ਮਾਨ ਹੋਈ ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਦੇ ਪ੍ਰਥਾਏ ਕਲਗੀਧਰ ਸੁਆਮੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਕ ਬੋਲ ਨੇ, ਅਮਰਦਾਸ ਪੂਰੋ ਪੁਰਸ਼ੋਤਮ ਸਤ ਸੰਗਤ ਕਰ ਪਾਰ ਉਤਾਰੇ, ਜੇ ਜੇ ਚਰਨ ਸ਼ਰਨ ਗੁਰ ਲਾਗੇ, ਬਿਖੜੇ ਘਾਟ ਗੁਰੂ ਨਿਸਤਾਰੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਗੁਰੂ ਕਿਉ ਸਿੱਖੋ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹ ਮਹਾਨ ਪੁਰਖ ਪੂਰਨ ਪੁਰਸ਼ੋਤਮ ਨੇ ਜਿਨ੍ਹਾਂ ਨੇ ਸਤ ਸੰਗਤ ਦੇ ਵਿੱਚ ਐਸੀ ਬਰਕਤ ਭਰ ਦਿੱਤੀ ਕਿ ਜਿਹੜਾ ਵੀ ਸੰਗਤ ਵਿੱਚ ਜਾ ਕਰਕੇ ਇੱਕ ਵਾਰ ਪ੍ਰੇਮ ਦੇ ਨਾਲ ਧੰਨ ਗੁਰੂ ਅਮਰਦਾਸ ਕਹਿ ਲਵੇ, ਸਤਿਗੁਰੂ ਗੁਰੂ ਅਮਰਦਾਸ ਦੇ ਨਾਮ ਦੀ ਕਮਾਈ ਸਦਕਾ, ਸੰਗਤ ਦੀ ਬਰਕਤ ਦਾ ਸਦਕਾ ਉਹ ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਤੇ ਜਿਹੜਾ ਸੰਗਤ ਵਿੱਚ ਜਾ ਕਰਕੇ ਧੰਨ ਗੁਰੂ ਅਮਰਦਾਸ ਜੀ ਨੂੰ ਚੇਤੇ ਕਰਦਾ ਹੈ, ਜੇ ਜੇ ਚਰਨ ਸ਼ਰਨ ਗੁਰ ਲਾਗੇ, ਬਿਖੜੇ ਘਾਟ ਗੁਰੂ ਨਿਸਤਾਰੇ। ਜਿਹੜਾ ਸੰਗਤ ਵਿੱਚ ਜਾ ਕੇ ਗੁਰੂ ਅਮਰਦਾਸ ਜੀ ਨੂੰ ਚੇਤੇ ਕਰਦਾ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਕਹਿੰਦੇ, ਜੀਵਨ ਦੇ ਵਿੱਚ ਕੋਈ ਮੁਸ਼ਕਲਾਂ ਵਾਲਾ ਸਮਾਂ ਹੋਵੇ ਨਾ, ਕੋਈ ਵਿਖੜਾ ਸਮਾਂ ਹੋਵੇ, ਕਹਿੰਦੇ ਇੱਕ ਵਾਰ ਰਸਨਾ ਤੋਂ ਗੁਰੂ ਅਮਰਦਾਸ ਜੀ ਦਾ ਨਾਮ ਲੈ ਕੇ ਵੇਖੀ ਸਿੱਖਾ, ਭਾਵੇਂ ਜੀਵਨ ਵਿੱਚ ਜਿਤਨੀਆਂ ਮਰਜ਼ੀਆਂ ਪਰੇਸ਼ਾਨੀਆਂ ਤਕਲੀਫਾਂ ਹੋਣ, ਗੁਰੂ ਅਮਰਦਾਸ ਜੀ ਦਾ ਨਾਮ ਸਾਰੀਆਂ ਤਕਲੀਫਾਂ ਪਰੇਸ਼ਾਨੀਆਂ ਨੂੰ ਸਾੜ ਕੇ ਸੁਆਹ ਕਰ ਦੇਵੇਗਾ। ਆਖੋ ਸਤਨਾਮ ਸ਼੍ਰੀ। ਐਸੀ ਬਰਕਤ, ਐਸੀ ਰਹਿਮਤਾਂ ਦੇ ਮਾਲਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ। ਤੇ ਭੱਟ ਸਾਹਿਬ ਜੀ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਦੇ ਉੱਤੇ ਇੱਥੋਂ ਤਾਈਂ ਵੀ ਬਚਨ ਕੀਤੇ, ਘਨ ਹਰ ਬੂੰਦ ਵਸੋ ਰਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਐਸੀ ਹੈ, ਭੱਟ ਸਾਹਿਬ ਕਹਿੰਦੇ, ਦੁਨੀਆ ਦੇ ਤਖਤੇ ਦੇ ਉੱਤੇ ਕੋਈ ਬਨਸਪਤੀ ਦਾ ਲੇਖਾ ਕਰ ਸਕਦਾ ਹੈ, ਕੋਈ ਸੂਰਜ ਦੀਆਂ ਕਿਰਨਾਂ ਦੀ ਮਿਣਤੀ ਕਰ ਸਕਦਾ ਹੈ, ਕੋਈ ਸਾਗਰ ਦੀ ਗਹਿਰਾਈ ਮਾਪ ਸਕਦਾ ਹੈ, ਕੋਈ ਦੁਨੀਆ ਦੇ ਤਖਤੇ ਦੇ ਉੱਤੇ ਗੰਗਾ ਦੀ ਲਹਿਰਾਂ ਦਾ ਅੰਤ ਵੀ ਪਾ ਸਕਦਾ ਹੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੈ। ਕਹਿੰਦੇ ਦੁਨੀਆ ਦੇ ਤਖਤੇ ਦੇ ਉੱਤੇ ਸਾਗਰ ਦੀ ਗਹਿਰਾਈ ਮਾਪੀ ਜਾ ਸਕਦੀ ਹੈ, ਸੂਰਜ ਦੀਆਂ ਕਿਰਨਾਂ ਦੀ ਮਿਣਤੀ ਕੀਤੀ ਜਾ ਸਕਦੀ ਹੈ, ਗੰਗਾ ਦੀ ਲਹਿਰਾਂ ਦਾ ਅੰਤ ਪਾਇਆ ਜਾ ਸਕਦਾ ਹੈ, ਪਰ ਸੱਚ ਹੈ ਇੱਕ ਜ਼ਬਾਨ ਨਹੀਂ, ਕਰੋੜਾਂ ਹੀ ਜ਼ੁਬਾਨਾਂ ਇਕੱਠੀਆਂ ਹੋ ਜਾਣ ਤਾਂ ਵੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਪੂਰਨ ਤੌਰ ਤੇ ਵਿਅਕਤੀ ਤੋਂ ਗਾਈ ਨਹੀਂ ਜਾਣੀ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਇੱਕ ਜ਼ਬਾਨ ਤੋਂ ਨਹੀਂ ਗਾਈ ਜਾਂਦੀ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਏਕ ਜੀਹ ਕਛ ਕਹੀ ਨ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ,
अब गुरु रामदास को मिली वडाई। धन गुरु अमरदास सच्चे पातशाह जी की कथा ऐसी अकथ कथा है, भावें करोड़ा ही कथाकार आ जान पर गुरु अमरदास सच्चे पातशाह जी की वडियाई का अंत नहीं पाया जाना, वो बेअंत ने। ते धन गुरु अमरदास महाराज जी ने अपने जीवन दे विच भी जिन्हां नूं तारिया खालसा जी वो भी बेअंत ने ते सतगुरु अज भी तार रहे। पर सतगुरु दे जीवन दे विच जे झात पाइए ते नज़र आवेगा कि गुरु अमरदास सच्चे पातशाह जी का सुभाव बचपन तो ही बड़ा दूसरियां दी मदद करने वाला सी, दया वाला सुभाव सी, धर्मी सुभाव सी सतगुरु दा। किसे गरीब नूं वेखना, किसे लोड़वंद नूं वेखना ते धन गुरु अमरदास सच्चे पातशाह जी ने खुद चल करके उस लोड़वंद दी लोड़ पूरी करिया करनी, हर एक दी लोड़ पूरी करनी, हर एक दी मदद करनी। ਇਹੋ ਕਾਰਨ ਹੈ ਕਿ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਬਾਰੇ ਹੀ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਬਚਨ ਕੀਤੇ ਸੀ, ਤੁਮ ਹੋ ਨਿਥਾਵਨ ਕੋ ਥਾਨ, ਕਰੋ ਨਿਮਾਨਨ ਕੋ ਮਾਨ, ਨੇ ਓਟਿਆਂ ਕੀ ਓਟ, ਨਿਤਾਣਿਆਂ ਦੇ ਤਾਣ, ਨੇ ਆਸਰਿਆਂ ਦੇ ਆਸਰੇ, ਨਿਧਰਿਆਂ ਦੀ ਧਰ, ਨਧੀਰਨ ਨਧੀਰ, ਪੀਰਾਂ ਨੇ ਪੀਰ, ਦਿਆਲ ਗਈ ਬਹੋੜ, ਸਭ ਜਗਤ ਬੰਦੀ ਛੋੜ, ਭੰਨਣ ਘੜਨ ਸਮਰੱਥ, ਸਭ ਜੀਵ ਕਾ ਜਿਸ ਹੱਥ। ਧੰਨ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਦੁਨੀਆ ਦੇ ਤਖਤੇ ਦੇ ਉੱਤੇ ਕੋਈ ਨਥਾਵਾਂ ਹੋਵੇ, ਕਿਸੇ ਨੂੰ ਰਹਿਣ ਵਾਸਤੇ ਥਾਂ ਨਾ ਮਿਲਦੀ ਹੋਵੇ, ਉਹ ਗੁਰੂ ਅਮਰਦਾਸ ਜੀ ਨੂੰ ਚੇਤੇ ਕਰ ਲਵੇ। ਧੰਨ ਗੁਰੂ ਅਮਰਦਾਸ ਜੀ ਨਥਾਵਿਆਂ ਨੂੰ ਥਾਂ ਬਖਸ਼ ਦਿੰਦੇ ਨੇ, ਝੁੱਗੀਆਂ ਵਾਲਿਆਂ ਨੂੰ ਵੱਡੇ ਵੱਡੇ ਮਹਿਲ ਬਖਸ਼ ਦਿੰਦੇ ਨੇ। ਧੰਨ ਗੁਰੂ ਅਮਰਦਾਸ ਜੀ ਐਸੀ ਵਡਿਆਈ ਦੇ ਮਾਲਕ ਨੇ, ਦੁਨੀਆ ਵਿੱਚ ਕਿਸੇ ਕੋਲ ਮਾਣ ਨਾ ਹੋਵੇ, ਕੋਈ ਨਮਾਣਾ ਹੋਵੇ, ਸੰਸਾਰ ਤੇ ਗੁਰੂ ਨੂੰ ਚੇਤੇ ਕਰੇ, ਸਤਿਗੁਰੂ ਦਰਗਾਹੀ ਮਾਣ ਦੇ ਦਿੰਦੇ ਨੇ। ਤੇ ਗੁਰੂ ਅਮਰਦਾਸ ਜੀ ਐਸਾ ਦਰਗਾਹੀ ਮਾਣ ਦਿੰਦੇ ਨੇ ਖਾਲਸਾ ਜੀ, ਦੁਨੀਆ ਦੇ ਵਿੱਚ ਭਾਵੇਂ ਐਸਾ ਸਮਾਂ ਬਣ ਜਾਵੇ ਕਿ ਸਾਰੇ ਲੋਕ ਇੱਕ ਪਾਸੇ ਹੋ ਕਰਕੇ ਕਿਸੇ ਨੂੰ ਬੇਇੱਜ਼ਤ ਕਰਨਾ ਚਾਹਣ, ਪਰ ਜੇ ਉਹ ਸੱਜਣ ਇੱਕ ਵਾਰ ਆਪਣੀ ਰਸਨਾ ਤੋਂ ਧੰਨ ਗੁਰੂ ਅਮਰਦਾਸ ਜੀ ਨੂੰ ਆਵਾਜ਼ ਲਾ ਲਵੇ, ਭਾਵੇਂ ਸਾਰੀ ਦੁਨੀਆ ਬੇਇੱਜ਼ਤ ਕਰਨੀ ਚਾਹੁੰਦੀ ਹੋਵੇ, ਪਰ ਗੁਰੂ ਅਮਰਦਾਸ ਜੀ ਦਾ ਨਾਮ ਬੇਇੱਜ਼ਤ ਨਹੀਂ ਹੋਣ ਦਿੰਦਾ। ਇਹ ਨਿਮਾਣਿਆਂ ਦੇ ਮਾਣ ਸਤਿਗੁਰੂ ਨੇ, ਨਿਆਸਰਿਆਂ ਦੇ ਆਸਰੇ ਨੇ, ਨਿਓਟਿਆਂ ਦੀ ਓਟ ਨੇ ਤੇ ਪੀਰਾਂ ਦੇ ਪੀਰ ਨੇ। ਦੁਨੀਆ ਦੇ ਤਖਤੇ ਦੇ ਉੱਤੇ ਗੁਰੂ ਅਮਰਦਾਸ ਜੀ ਵਰਗਾ ਪੀਰ ਕੋਈ ਨਹੀਂ, ਦੁਨੀਆ ਦੇ ਤਖਤੇ ਦੇ ਉੱਤੇ ਐਸਾ ਸਰਬ ਕਲਾ ਸਮਰੱਥ ਗੁਰੂ ਕੋਈ ਨਹੀਂ। ਗੁਰੂ ਅੰਗਦ ਸਾਹਿਬ ਕਹਿੰਦੇ ਸਭ ਜੀਵ ਕਾ ਜਿਸ ਹੱਥ, ਸੰਸਾਰ ਦੇ ਤਖਤੇ ਦੇ ਉੱਤੇ ਸਮੁੱਚੀ ਲੋਕਾਈ ਦੀ ਜੀਵਕਾ ਉਹ ਗੁਰੂ ਅਮਰਦਾਸ ਜੀ ਦੇ ਹਸਤ ਕਮਲਾਂ ਦੇ ਵਿੱਚ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਦਾਤ ਮੰਗਦੇ ਆ, ਮੈਂ ਬੇਨਤੀ ਕਰਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਆਵਾਜ਼ ਲਾ ਕੇ ਗੁਰੂ ਦਾ ਪ੍ਰੇਮ ਮੰਗੀਏ, ਗੁਰੂ ਅਮਰਦਾਸ ਜੀ ਸਿੱਖ ਦੀ ਝੋਲੀ ਦਾਤਾਂ ਦੇ ਨਾਲ ਭਰ ਦੇਣਗੇ। ਇਹ ਸੁਭਾਅ ਸੀ ਧੰਨ ਗੁਰੂ ਅਮਰਦਾਸ ਜੀ ਦਾ, ਸ਼ੁਰੂ ਤੋਂ ਦਿਆਲਤਾ ਵਾਲਾ, ਸਦਾ ਗਰੀਬਾਂ ਦੀ ਮਦਦ ਕਰਨ ਵਾਲਾ। ਤੇ ਭੱਟ ਸਾਹਿਬ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਨੁਹਾਰ ਬਾਰੇ ਵੀ ਦੱਸਿਆ ਤੇ ਉਹ ਲਿਖਦੇ, ਬਾਰਜ ਕਰ ਦਾਹਨੈ ਸਿਧ ਸਨਮੁਖ ਮੁਖ ਜੋਵੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਇੱਕ ਹਸਤ ਕਮਲ ਦੇ ਵਿੱਚ ਇੱਕ ਚਰਨ ਦੇ ਵਿੱਚ ਪਦਮ ਵੀ ਸੀ, ਪਦਮ ਚਮਕਦਾ ਸੀ। ਇਹੋ ਕਾਰਨ ਸੀ ਕਿ ਜਦੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਤੀਰਥ ਯਾਤਰਾ ਵੇਲੇ ਪੰਡਤ ਦੁਰਗੋ ਦੇ ਨਾਲ ਮੁਲਾਕਾਤ ਹੋਈ ਤੇ ਉਸਨੇ ਵੀ ਇਸ ਪਦਮ ਦਾ ਜ਼ਿਕਰ ਜ਼ਰੂਰ ਕੀਤਾ, ਕਿਉਂਕਿ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਵੇਂ ਕਿ ਉਹਨਾਂ ਦਾ ਵਿਵਾਹ ਵੀ ਹੋ ਗਿਆ, ਘਰ ਦੇ ਵਿੱਚ ਵਿਵਾਹ ਤੋਂ ਬਾਅਦ ਮਾਤਾ ਮਨਸਾ ਦੇਵੀ ਜੀ ਦੇ ਨਾਲ ਸਤਿਗੁਰੂ ਦਾ ਵਿਵਾਹ ਹੋਇਆ। ਘਰ ਦੇ ਵਿੱਚ 4 ਔਲਾਦਾਂ ਹੋਈਆਂ, 2 ਪੁੱਤਰੀਆਂ ਤੇ 2 ਪੁੱਤਰ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਵੀ ਧਰਮੀ ਸੁਭਾਅ ਵਾਲਾ ਸੀ, ਪਰ ਫਿਰ ਵੀ ਗੁਰੂ ਅਮਰਦਾਸ ਜੀ ਦੇ ਮਨ ਦੇ ਵਿੱਚ ਇਹ ਫੁਰਨਾ ਅਕਸਰ ਰਿਹਾ ਕਰਦਾ। ਬਾਬਾ ਅਮਰਦਾਸ ਜੀ ਨੇ ਇਹ ਸੋਚਣਾ ਕਿ ਇਤਨੀ ਉਮਰ ਅਜਾਈਂ ਗਵਾ ਦਿੱਤੀ ਹੈ ਪਰ ਹਜੇ ਤੱਕ ਪ੍ਰਾਪਤੀ ਕੋਈ ਨਹੀਂ ਹੋਈ। ਕਿ ਦੁਨੀਆ ਦੇ ਵਿੱਚ ਕੇਵਲ ਪਰਿਵਾਰ ਵਾਸਤੇ, ਕਿ ਬੱਚਿਆਂ ਵਾਸਤੇ, ਕਿ ਸੰਸਾਰ ਦੇ ਕਾਰ ਵਿਹਾਰ ਵਾਸਤੇ ਆਏ ਆ,
ਦੁਨੀਆ ਵਿੱਚ ਆਉਣ ਦਾ ਮਕਸਦ ਕੀ ਹੈ। ਜਿਵੇਂ ਗੁਰੂ ਕੀ ਬਾਣੀ ਨੇ ਪੁੱਛਿਆ, ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ, ਕਿਸ ਕਾਰਨ ਕਰਕੇ ਜਨਮ ਮਿਲਿਆ। ਬਾਬਾ ਅਮਰਦਾਸ ਜੀ ਨੇ ਫਿਰ ਨਿਰਣਾ ਲਿਆ ਕਿ ਕਿਉਂ ਨਾ ਤੀਰਥ ਯਾਤਰਾ ਤੇ ਜਾ ਕਰਕੇ ਕੋਈ ਧਰਮ ਕਮਾਈਏ। ਵੇਖੋ ਸ਼ੰਕਾ ਨਹੀਂ, ਜੋ ਪੁਰਾਤਨ ਮਰਿਆਦਾ ਹੈ, ਭਾਵ ਜੋ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਸੀ, ਉਸੇ ਮੁਤਾਬਕ ਸਤਿਗੁਰੂ ਨੇ ਧਰਮ ਕਮਾਉਣ ਦਾ ਯਤਨ ਕੀਤਾ। ਪਰ ਸਤਿਗੁਰੂ ਦੇ ਜੀਵਨ ਦੇ ਵਿੱਚ ਸ਼ੰਕਾ ਨਹੀਂ ਕਰ ਸਕਦੇ। ਅਸਲ ਦੇ ਵਿੱਚ ਬਾਬਾ ਅਮਰਦਾਸ ਜੀ ਜੋ ਗੁਰੂ ਅਮਰਦਾਸ ਦੇ ਰੂਪ ਵਿੱਚ ਉਜਾਗਰ ਹੋਏ ਨੇ, ਉਹ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਖੁਦ ਖੁਦਾ ਨੇ, ਖੁਦ ਨਿਰੰਕਾਰ ਨੇ। ਪਰ ਸਾਨੂੰ ਅਲਪਗ ਜੀਵਾਂ ਨੂੰ ਸੋਝੀ ਦੇਣ ਵਾਸਤੇ, ਸਿੱਖਿਆ ਦੇਣ ਵਾਸਤੇ ਸਤਿਗੁਰੂ ਆਪਣੇ ਜੀਵਨ ਦੇ ਵਿੱਚ ਐਸੀਆਂ ਰਚਨਾਵਾਂ, ਐਸੀ ਲੀਲਾ ਖੇਡਦੇ। ਸਤਿਗੁਰੂ ਨੇ ਤੀਰਥ ਯਾਤਰਾ ਤੇ ਜਾਣ ਦਾ ਫੈਸਲਾ ਕੀਤਾ ਤੇ 6 ਮਹੀਨਿਆਂ ਬਾਅਦ ਸਤਿਗੁਰੂ ਨੇ ਠਾਨਿਆ ਵੀ ਹਰ 6 ਮਹੀਨੇ ਬਾਅਦ ਜਾ ਕਰਕੇ ਤੀਰਥ ਤੇ ਜਾ ਕਰਕੇ ਇਸ਼ਨਾਨ ਕਰਨਾ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ 20 ਵਾਰ ਲਗਾਤਾਰ ਤੀਰਥ ਯਾਤਰਾ ਤੇ ਜਾਂਦੇ ਰਹੇ। ਪਰ ਜਦੋਂ 21ਵੀਂ ਵਾਰ ਗਏ ਤੇ ਇੱਕ ਬੜਾ ਹੀ ਵੱਡਾ ਜਿਹੜਾ ਬਚਨ ਸਤਿਗੁਰੂ ਦੇ ਹਿਰਦੇ ਦੇ ਵਿੱਚ ਅਣਿਆਲੇ ਤੀਰ ਦੀ ਤਰ੍ਹਾਂ ਵੱਜਾ। ਅੱਜ 21ਵੀਂ ਵਾਰ ਜਦੋਂ ਬਾਬਾ ਅਮਰਦਾਸ ਜੀ ਤੀਰਥ ਯਾਤਰਾ ਤੇ ਗਏ, ਕਹਿੰਦੇ ਹਰਿਦੁਆਰ ਦੇ ਥੋੜਾ ਜਿਹਾ ਦੂਰ ਇੱਕ ਨਗਰ ਸੀ। ਉਸ ਨਗਰ ਦੇ ਵਿੱਚ ਇੱਕ ਪੰਡਤ ਨੇ ਇੱਕ ਸਰਾਂ ਬਣਾਈ ਹੋਈ ਸੀ ਆਏ ਗਏ ਮੁਸਾਫਰਾਂ ਦੇ ਆਰਾਮ ਵਾਸਤੇ। ਬਾਬਾ ਅਮਰਦਾਸ ਜੀ ਉਸ ਸਰਾਂ ਦੇ ਵਿੱਚ ਰੁਕੇ। ਉਸ ਸਰਾਂ ਦੇ ਵਿੱਚ ਰੁਕੇ ਬਾਬਾ ਅਮਰਦਾਸ ਜੀ ਆਰਾਮ ਕਰ ਰਹੇ ਸੀ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਬਾਬਾ ਅਮਰਦਾਸ ਜੀ ਉਸ ਵਕਤ ਪਲੰਗੇ ਦੇ ਉੱਤੇ ਲੱਤ ਦੇ ਉੱਤੇ ਲੱਤ ਧਰ ਕਰਕੇ ਲੰਮੇ ਪਏ ਹੋਏ ਸਨ ਤੇ ਜੋ ਪੰਡਤ ਦੁਰਗੋ ਸੀ ਉਸ ਨੇ ਬਾਬਾ ਅਮਰਦਾਸ ਜੀ ਦੇ ਵੱਲ ਵੇਖਿਆ ਤੇ ਉਸ ਦੀ ਨਿਗਾਹ ਬਾਬਾ ਅਮਰਦਾਸ ਜੀ ਦੇ ਪਾਵਨ ਚਰਨਾਂ ਵੱਲ ਪਈ। ਉਹਨੇ ਵੇਖਿਆ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਪਦਮ ਚਮਕ ਰਿਹਾ ਤੇ ਖਾਲਸਾ ਜੀ ਪੰਡਤ ਦੁਰਗੋ ਸਤਿਗੁਰੂ ਕੋਲ ਆਇਆ, ਆ ਕੇ ਕਹਿੰਦਾ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ। ਬਾਬਾ ਅਮਰਦਾਸ ਜੀ ਕਹਿਣ ਲੱਗੇ ਹੁਕਮ ਕਰੋ। ਤੇ ਪੰਡਤ ਦੁਰਗੋ ਨੇ ਕਿਹਾ ਤੁਹਾਡੇ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਸੀਸ ਤੇ ਛਤਰ ਝੁਲਣਗੇ, ਜਾਂ ਤਾਂ ਬਾਦਸ਼ਾਹ ਦੀ ਪਦਵੀ ਨੂੰ ਪ੍ਰਾਪਤ ਹੋਵੋਗੇ ਜਾਂ ਬਾਦਸ਼ਾਹ ਤੁਹਾਡੇ ਚਰਨਾਂ ਵਿੱਚ ਆ ਕੇ ਝੁਕਿਆ ਕਰਨਗੇ। ਪਰ ਬਾਬਾ ਅਮਰਦਾਸ ਜੀ ਨੇ ਉਸ ਦਾ ਵਚਨ ਹੱਸ ਕੇ ਟਾਲ ਦਿੱਤਾ। ਉਸ ਤੋਂ ਬਾਅਦ ਯਾਤਰਾ ਕਰਨ ਤੋਂ ਬਾਅਦ ਜਦੋਂ ਬਾਬਾ ਅਮਰਦਾਸ ਜੀ ਵਾਪਸ ਆਪਣੇ ਪਿੰਡ ਬਾਸਰਕੇ ਨੂੰ ਜਾਣ ਲੱਗੇ, ਕਹਿੰਦੇ ਰਸਤੇ ਦੇ ਵਿੱਚ ਇੱਕ ਸਾਧੂ ਦਾ ਮਿਲਾਪ ਹੋਇਆ ਤੇ ਇਤਿਹਾਸ ਦੇ ਵਿੱਚੋਂ ਮਿਲਦਾ ਹੈ ਕਿ ਉਹ ਸਾਧੂ ਬਾਬਾ ਸ਼੍ਰੀ ਚੰਦ ਜੀ ਦੀ ਸੰਪਰਦਾਇ ਉਦਾਸੀ ਸੰਪਰਦਾਇ ਤੋਂ ਤਾਲੁਕਾਤ ਰੱਖਦਾ ਸੀ। ਸਾਧੂ ਹਰੀਦਾਸ ਉਸ ਦਾ ਨਾਮ ਸੀ। ਕਹਿੰਦੇ ਬਾਬਾ ਅਮਰਦਾਸ ਜੀ ਨਾਲ ਰਸਤੇ ਵਿੱਚ ਮੁਲਾਕਾਤ ਹੋਈ ਤੇ ਜਿਸ ਤਰ੍ਹਾਂ ਬਾਬਾ ਅਮਰਦਾਸ ਜੀ ਦਾ ਸੁਭਾਅ ਧਰਮੀਆਂ ਵਾਲਾ ਸੀ ਤੇ ਕਹਿੰਦੇ ਉਹ ਬਾਤਾਂ ਵੀ ਧਰਮ ਵਾਲੀਆਂ ਹੀ ਕਰਦੇ ਸੀ, ਪਰਮਾਤਮਾ ਦੀਆਂ ਕਰਦੇ ਸੀ। ਜਦੋਂ ਸਾਧੂ ਨੇ ਬਾਬਾ ਅਮਰਦਾਸ ਜੀ ਤੋਂ ਧਰਮ ਦੀਆਂ ਬਾਤਾਂ ਸੁਣੀਆਂ, ਪ੍ਰਭਾਵਿਤ ਹੋਇਆ ਤੇ ਬਾਬਾ ਅਮਰਦਾਸ ਜੀ ਦੇ ਨਾਲ ਸਫ਼ਰ ਕੱਟਣ ਲੱਗਾ। ਬਾਬਾ ਅਮਰਦਾਸ ਜੀ ਨੇ ਕਿਹਾ ਸਾਡੇ ਘਰੇ ਮੁਬਾਰਕ ਚਰਨ ਪਾਓ। ਉਹ ਸਾਧੂ ਬਾਬਾ ਜੀ ਦੇ ਘਰੇ ਗਿਆ। ਬਾਬਾ ਅਮਰਦਾਸ ਜੀ ਉਸ ਵਾਸਤੇ ਜਲ ਲਿਆਉਂਦੇ। ਕਹਿੰਦੇ ਜਲ ਪਕੜਨ ਤੋਂ ਪਹਿਲਾਂ ਉਹ ਸਾਧੂ ਕਹਿੰਦਾ ਬਾਬਾ ਅਮਰਦਾਸ ਜੀ ਨੂੰ ਕਿ ਤੁਸੀਂ ਬਾਤਾਂ ਬਹੁਤ ਧਰਮੀਆਂ ਵਾਲੀ ਕਰਦੇ ਹੋ, ਤੁਹਾਡਾ ਗੁਰੂ ਕੌਣ ਹੈ, ਕਿਹੜਾ ਗੁਰਮੰਤਰ ਜਪਦੇ ਹੋ? ਤੇ ਬਾਬਾ ਅਮਰਦਾਸ ਜੀ ਨੇ ਕਿਹਾ ਕਿ ਮੈਂ ਇਸ਼ਨਾਨ ਕਰਨ ਜਾਣਾ, ਮੈਂ ਤੀਰਥ ਦੀ ਯਾਤਰਾ ਤੇ ਜਾਣਾ, ਪਰ ਮੈਂ ਗੁਰੂ ਕੋਈ ਨਹੀਂ ਧਾਰਿਆ, ਮੈਂ ਗੁਰਮੰਤਰ ਨਹੀਂ ਜਪ ਰਿਹਾ। ਵੇਖੋ ਗੁਰਮੰਤਰ ਦੀ ਇੱਕ ਆਪਣੀ ਤਾਕਤ ਹੈ। ਤੇ ਉਹ ਸਾਧੂ ਹਰੀਦਾਸ ਕਹਿੰਦਾ ਕਿ ਇਤਨੀ ਉਮਰ ਹੋ ਗਈ, ਲਗਭਗ 60 ਸਾਲ ਦੀ ਉਮਰ ਬਾਬਾ ਅਮਰਦਾਸ ਜੀ ਦੀ ਹੋ ਚੁੱਕੀ ਹੈ ਸੰਸਾਰਕ ਤੌਰ ਤੇ। ਉਹ ਸਾਧੂ ਕਹਿਣ ਲੱਗਾ ਇਤਨੀ ਉਮਰ ਹੋ ਗਈ, ਤੀਰਥ ਯਾਤਰਾ ਇੱਕ ਪਾਸੇ ਹੈ ਪਰ ਗੁਰੂ ਕਿਉਂ ਨਹੀਂ ਧਾਰਿਆ, ਹਲੇ ਤੱਕ ਗੁਰੂ ਵਾਲੇ ਕਿਉਂ ਨਹੀਂ ਬਣੇ? ਕਈ ਵਾਰ ਸਾਡੇ ਵਿੱਚੋਂ ਵੀ ਇਹ ਬਚਨ ਆ ਜਾਂਦੇ ਕਿ ਖੰਡੇ ਬਾਟੇ ਦੀ ਪੋਲ ਤਾਂ ਨਹੀਂ ਲੈਂਦੇ, ਮਨ ਸਾਫ਼ ਹੈ, ਅਸੀਂ ਗੁਰੂ ਘਰ ਤਾਂ ਜਾਂਦੇ ਹੀ ਆ, ਕਿਸੇ ਦਾ ਬੁਰਾ ਨਹੀਂ ਕਰਦੇ, ਇਸ ਕਰਕੇ ਹਜੇ ਖੰਡੇ ਦੀ ਪੋਲ ਨਹੀਂ ਲੈਂਦੇ। ਪਰ ਵੇਖੋ ਸਤਿਗੁਰੂ ਦਾ ਜੀਵਨ ਸਾਨੂੰ ਸਿੱਖਿਆ ਦਿੰਦਾ ਹੈ
कि जदों तक खंडे दी पहुल लैके गुरु वाले ना बनांगे उदों तक खालसा जी मुक्ति नहीं होनी। खालसा जी उसने जल नहीं छकिया, साधु घर तो चलन लगा, कहंदा इतनी उम्र अजाई गवाती, अजे तक गुरु की प्राप्ति कोई नहीं हुई। ये बचन अणियाले तीर की तरह लगा। बाबा अमरदास जी कहंदे सारी रात भी इसे सोचते रहे कि इतनी उम्र गवा दी पर हले गुरु की प्राप्ति नहीं हुई। सोचते अमृत वेले अपने निवास स्थान तो कमरे तो बरांडे वाल आए ते उथे बीबी अमरो जी मधानी रिड़कदे हुए शब्द पढ़ रहे सी। करनी कागद मन मसवाणी, बुरा भला दोए लेख पे। बीबी अमरो जी धन गुरु अंगद देव साहब सच्चे पातशाह जी दे पुत्री ने। जदों बीबी जी ने यह शब्द पढ़िया ते वेखो बाबा जी दी बाणी इन्नी मिठास भरी है, जे कोई भी सतगुरु दी बाणी सुन लवे अंदर ताई ठंड वरत जाती है। बाबा अमरदास जी दे कन्नां दे विच जदों बाणी दे बोल पए, हिरदे ताई नाम दी कला वरत गई। जाके पुछिया ये किन्ना दा कलाम, किन्ना दी बाणी है? उन्होंने दसिया सतगुरु गुरु नानक साहब दा पावन शब्द है। कहन लगे मैनू सतगुरां दे दीदारे करवा के लियाओ। उन्हें क्या हुण सतगुरु गुरु अंगद देव जी गुरगद्दी ते सुभाएमान ने। सुबह होई, बाबा अमरदास जी बीबी अमरो जी दे नाल गुरु अंगद देव जी दे दीदारियां वास्ते आए। पर मैं वेखो बेनती करा, आपां जदों गुरु दीदारियां वास्ते आउंदे आ, पहलां यह लभदे आ कोई पहचान लभीए, कोई पहुंच लभीए, पहलां सिफारिश लभदे आ। पर जदों बाबा अमरदास जी गुरु अंगद देव जी दे दीदारियां वास्ते आए, एक पासे संसारक तौर ते रिश्तेदारी भी सी, कुड़माचारी भी सी, ते दूसरा बाबा अमरदास जी गुरु अंगद देव सच्चे पातशाह जी तो उम्र करके भी लगभग 25 साल उम्र विच वड्डे सन। पर जदों गुरु अंगद देव जी को लाए, सतगुरु गुरु अंगद देव जी ने अपनी पुत्री नूं पुछया भी किस तरह आउणा होया, ते उन्होंने दसिया साडे घर दे बजुर्ग आप दे दीदारियां लई आए। गुरु अंगद देव जी अपने आसन तो खड़े हो करके बाबा अमरदास जी नूं मिलण लई गए। खालसा जी सतगुरां ने लोई दी बुक्कल, चादर दी बुक्कल मारी सी। गुरु अंगद देव जी ने अपनियां दोवें बाहां अगांह नूं कीतियां बाबा अमरदास जी दे नाल मिलाप करन वास्ते। पर वेखो उथे बाबा अमरदास जी ने किन्ना बा कमाल बचन कीता। सतगुरु गुरु अंगद देव जी दे चरनां ते ढह के कहंदे, सतगुरु अज रिश्तेदारी तौर ते नहीं, अज तेरा सिख बन के आया, तू किरपा करके झोली वे सिक्खी दी दात पा दे। किड्डी अनमोल है खालसा जी सिक्खी। इसे करके पूर्वजां ने अरदास च किया सिखां नूं सिक्खी दान। सो इस तरह सतगुरु नाल मिलाप होया। सतगुरु दे घर विच रह के सेवा कीती। 12 साल लगातार गुरु अंगद देव जी दे चरनां विच रह के सेवा कीती। निमरता विच रह करके, नमाणे हो करके सेवा करते करते गुरु का रूप हो गए। हिरदे विच टका दिती, गुरु अमरदास जी दे रूप दे विच उजागर कर दिता। पर वेखो सतगुरु ने कैसियां महान बख्शिशां संगतां ते कीतियां। जो गोइंदवाल साहिब दे विच सतगुरु गुरु अमरदास सच्चे पातशाह जी ने पावन बौली साहिब दी उसारी करवाई। सतगुरु गुरु अमरदास सच्चे पातशाह जी दी ओ पावन बौली, ओदे विच भी महाराज ने गुरु नानक दे घर दीयां रहमतां बख्शिशां भर दित्तियां। उस बौली साहब दे दीदारियां वास्ते जदों जावांगे ते 84 पौड़ियां खालसा जी उस बौली दियां नज़र आउणगियां। सतगुरु गुरु अमरदास सच्चे पातशाह जी ने बचन कीते भी जेड़ा भी कोई गुरु का सिख इस पावन बौली दे विच इशनान करे ते 84 पौड़ियां ते खड़े हो करके 84 वार ही जपजी साहब दा पाठ करके फिर इशनान करेगा। गुरु नानक दे घर दी रहमतां दे नाल दुनिया दे तख्ते दे उत्ते इशनान करन वाले जपजी साहब दा पाठ करन वाले सिख दी 84 कट्टी जावेगी। जन्म मरण दा गेड़ ही कट्टिया जावेगा। इस करके गुरु अमरदास सच्चे पातशाह जी नूं पीरां दा भी पीर किया। अज तक दुनिया ते ऐसा मुर्शद नहीं होया जिहड़ा 84 कट दवे। पर सतगुरु ने ऐसी बौली दी दात दे दिती
कि जेड़ा उस बौली साहब दे विच 84 जपजी साहब दे पाठ करके इशनान करे, गुरु अमरदास जी दी रहमतां दे नाल खालसा जी ओदी 84 कट्टी जांदी है, पर भावना धार के जावे। दूसरा, सतगुरु गुरु अमरदास जी ने इस जीव आत्मा दे परम आत्मा दे नाल मिलाप वास्ते अपार रहमतां बख्शिशां करके सानू गुरु की बाणी दा अनमोल खजाना दिता। सतगुरु गुरु ग्रंथ साहिब महाराज सच्चे पातशाह जी दी बाणी दे अंदर 17 रागां दे विच धन गुरु अमरदास सच्चे पातशाह जी ने बाणी उचारण कीती। ते वेखो सतगुरु दी बाणी भी किन्नी प्रेमा भरी बाणी, किन्नी रस भरी मिठास भरी बाणी। दुनिया दे तख्ते दे उत्ते खालसा जी जे इंसान किसे इंसान कोल मंगण जावे, हो सकदा एक बार मत्थे ते तिउड़ी पावे, पर वेखो गुरु अमरदास जी किड्डे दयालु कृपालु ने। गुरु का सिख रोजाना गुरु कोल मंगण आउंदा है, पर सतगुरु फिर भी कदे अकदे नहीं, थकदे नहीं। सिख रोजाना मंगण आउंदा है। जिन्नी वार भी मंगण आवांगे, गुरु अमरदास जी बावां खलार के कहणगे, आवो सिख सतगुर के प्यारे हो, गावो सच्ची बाणी। ਇਹ सतगुरु एडा दयालु कृपालु है। बंदा झोली भराउंदा भराउंदा ते थक जांदा, पर सतगुरु दातां वंडदा नहीं थकदा। देंदा दे लैंदे थक पाहे, बंदा लैंदा लैंदा थक जावेगा, पर धन गुरु अमरदास सच्चे पातशाह झोली भरदे नहीं थकदे। एक होर झलक मैं सतगुरु दे जीवन दे विचों पावां। एक गुरु का सिख होया लंगा, खालसा जी जी दी एक लत काम नहीं सी करदी, लंगड़ा सी। कहंदे हाड़ी दे नाल रोजाना गोइंदवाल साहिब धन गुरु अमरदास जी दी सेवा वास्ते आउणा, दही लै करके सतगुरु नूं भोग लवाउण लई। कहंदे नेम अनुसार आउंदा सी। अज भी आउण लगा, पिंड दे चौधरी ने मखौल कीता भी की करन वास्ते गुरु कोल जाना है। जेड़े गुरु कोल रोज दही लैके जाना है, ओ गुरु ते तेरी लत भी ठीक नहीं कर सकदा। खालसा जी पर सिख भरोसे वाला सी। ਇਹ नहीं भी किसी ने कहा ते टुट गया, फिर भी भावना धार के गुरु अमरदास जी को लाए। पर आउंदे होए कहंदे उस चौधरी ने उस सिख लंगा दी कहंदे पहाड़ी ओ खो लई। इस करके उन्हां नूं बिना पहाड़ी तो भी आउणा पिया ते देरी हो गई। गुरु अमरदास जी ने देरी दा कारण पुछया। सिख लंगा ने सारी वारता दसी। गुरु अमरदास जी महाराज मुस्कुरा के कहंदे, जा एक शाह हुसैन है लाहौर, ओदे कोल जा, ओ तेरा इलाज कर देवेगा। सतगुरु दे बचना दे उत्ते भरोसा धार के सिख लंगा शाह हुसैन को लाए। आ करके बचन किया भी मैनू गुरु अमरदास जी ने भेजिया, मेरा इलाज कर दे। ते खालसा जी अगों उस फकीर ने कहंदे बड़े रुखे जे पहन दे नाल कहंदे डांग मार के क्या, जा भज जा, मेरे कोल वेल कोई नहीं। ते जदों डांग मारी ते कहंदे जेड़ा सिख लंगा एक लत काम नहीं सी करदी, ओदी लत काम करन लग पई, दौड़न लग पिया। जदों लत ठीक हो गई, शाह हुसैन दे सामने हाथ जोड़ के कहन लगे, तुहाडा शुक्र तुसा मेरा इलाज किता। ओ हस के कहन लगा, सिखा करन करावण कोई होर है, मैं करन वाला नहीं। ਇਹ ਗੁਰੂ ਅਮਰਦਾਸ ਦਾ ਸੁਭਾਅ ਹੈ, ਉਹ ਨਿਮਾਣਿਆਂ ਨੂੰ ਮਾਣ ਬਖਸ਼ਦਾ ਹੈ। ਮੈਂ ਤੇ ਖੁਦ ਗੁਰੂ ਅਮਰਦਾਸ ਦੇ ਚਰਨਾਂ ਦੀ ਧੂੜੀ ਲੋਚਦਾ ਸਿੱਖਾ। ਗੁਰੂ ਅਮਰਦਾਸ ਨੇ ਬਚਨ ਕੀਤੇ ਸੀ, ਇਲਾਜ ਉੱਥੋਂ ਹੋਵੇਗਾ। ਤਾਂ ਇਲਾਜ ਹੋਇਆ। ਸੱਚ ਜਾਣੀ, ਜੇ ਤੇਰੀ ਬੰਦ ਖਲਾਸੀ ਕੀਤੀ ਹੈ ਤੇ ਗੁਰੂ ਨੇ ਕੀਤੀ ਹੈ, ਮੈਂ ਨਹੀਂ ਕੀਤੀ। ਜੇ ਚਰਨ ਫੜਨੇ ਗੁਰੂ ਅਮਰਦਾਸ ਦੇ ਫੜ। ਸੋ ਮੇਰੇ ਕਹਿਣ ਤੋਂ ਭਾਵ ਇਹ रहमतां करामातां बख्शिशां दे मालक धन गुरु अमरदास जी ने। ते खालसा जी बेनती करा, अज भी जो सतगुरु ने बचन कीते ना, आवो सजना हो देखा दर्शन तेरा राम, के हे परमात्मा सतगुरु गुरु अमरदास जी किरपा करो, साडे घर च मुबारक चरण पाओ। अज नेम बनाओ भी अज घर दे विच गुरु अमरदास जी दी याद विच भिज के आनंद साहिब दा जाप करके गुरु नूं आवाज लावांगे। जेड़ा भी सिख अज आनंद साहिब दा पाठ करके गुरु नूं आवाज लावेगा, चेते रखियो गुरु अमरदास जी उस सिख दे घर विच चौंकड़ा ला के शुभाएमान हो जाणगे।
ਸੋ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਮੁੱਚੀਆਂ ਸੰਗਤਾਂ ਨੂੰ ਬੇਅੰਤ ਵਧਾਈਆਂ।